ਦੁਬਾਰਾ ਸਵਾਗਤ ਹੈ। ਅਸੀਂ ਤੀਜੇ ਹਫ਼ਤੇ ਦੇ ਚੌਥੇ ਮੋਡਿਊਲ ਵਿੱਚ ਹਾਂ। ਇਸ ਹਫ਼ਤੇ ਤੋਂ ਅਸੀਂ ਪਹਿਲੇ ਔਸੀਲੇਟਰਾਂ ਨੂੰ ਦੇਖ ਰਹੇ ਹਾਂ। ਔਸੀਲੇਟਰ, ਜਿਨ੍ਹਾਂ ਵਿੱਚ ਇੱਕ ਡੈਂਪਿੰਗ ਮਕੈਨਿਜ਼ਮ ਅਤੇ ਜਾਂ ਬਾਹਰੀ ਤੌਰ ਤੇ ਫੋਰਸਡ ਕੀਤਾ ਜਾਂਦਾ ਹੈ। ਅਤੇ ਸਭ ਤੋਂ ਮਹੱਤਵਪੂਰਨ ਵਰਤਾਰੇ ਵਿੱਚੋਂ ਇੱਕ ਜੋ ਅਸੀਂ ਇਸ ਔਸੀਲੇਟਰ ਵਿੱਚ ਜਾਂ ਦੋਨਾਂ ਦੀ ਇਸ ਸ਼੍ਰੇਣੀ ਵਿੱਚ ਰੇਜ਼ੋਨੈਂਸ ਦੇ ਫਿਨੋਮੀਨਨ ਨੂੰ ਦੇਖਿਆ ਹੈ। ਇਸ ਲਈ, ਅਸੀਂ ਵਿਸਥਾਰ ਵਿੱਚ ਦੇਖਿਆ ਕਿ ਰੇਜ਼ੋਨੈਂਸ ਕਿਵੇਂ ਆਉਂਦੀ ਹੈ ਅਤੇ ਇਸ ਤਰ੍ਹਾਂ ਅਤੇ ਇਸ ਮੋਡਿਊਲ ਵਿੱਚ ਅਸੀਂ ਰੇਜ਼ੋਨੈਂਸ ਦੇ ਕੁਝ ਉਪਯੋਗਾਂ ਨੂੰ ਦੇਖਦੇ ਹਾਂ। ਆਓ, ਅਸੀਂ ਛੇਤੀ ਹੀ ਯਾਦ ਕਰੀਏ ਕਿ ਰੇਜ਼ੋਨੈਂਸ ਤੋਂ ਸਾਡਾ ਕੀ ਮਤਲਬ ਹੈ। ਇਸ ਲਈ, ਦੁਬਾਰਾ ਅਸੀਂ ਆਪਣੇ ਡੈਂਪਡ ਅਤੇ ਫੋਰਸਡ ਔਸੀਲੇਟਰ ਤੇ ਵਾਪਸ ਜਾਂਦੇ ਹਾਂ। ਤਾਂ ਇੱਥੇ ਮੇਰੇ ਕੋਲ ਤੁਹਾਡੇ ਲਈ ਮੋਸ਼ਨ ਦੀ ਇਕੁਏਸ਼ਨ ਲਿਖੀ ਗਈ ਹੈ। ਡੈਂਪਿੰਗ ਇਸ ਟਰਮ ਤੋਂ ਆਉਂਦਾ ਹੈ। ਇਸ ਲਈ ਗਾਮਾ ਡੈਂਪਿੰਗ ਦਾ ਕੋਐਫੀਸ਼ੀਐਂਟ ਹੈ। ਅਤੇ ਔਸੀਲੇਸ਼ਨ ਖੁਦ ਇਸ ਰੀਸਟੋਰਿੰਗ ਫੋਰਸ ਟਰਮ ਤੋਂ ਆਉਂਦੇ ਹਨ। ਇਹ ਉਹ ਹੈ ਜੋ ਔਸੀਲੇਸ਼ਨਸ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਅਤੇ ਇੱਥੇ ਜੋ ਮੇਰੇ ਕੋਲ ਹੈ, ਉਹ ਇੱਕ ਐਕਸਟਰਨਲ ਫੋਰਸਿੰਗ ਹੈ। ਅਤੇ F0 ਇੱਕ ਐਕਸਟਰਨਲ ਫੋਰਸਿੰਗ ਦਾ ਐਂਪਲੀਟਿਊਡ ਹੈ। ਅਤੇ ਅਸੀਂ ਇਹ ਮੰਨਦੇ ਹਾਂ ਕਿ ਇਹ ਓਮੇਗਾ ਬਾਹਰੀ ਫੋਰਸਿੰਗ ਦੀ ਫ੍ਰੀਕੁਐਂਸੀ ਹੈ। ਇਹ ਇੱਕ ਔਸੀਲੇਟਿੰਗ ਸਿਸਟਮ ਲਈ ਇੱਕ ਸਿੰਪਲ ਕਿਸਮ ਦਾ ਮਾਡਲ ਹੈ, ਜਿਸ ਵਿੱਚ ਦੋਨਾਂ ਵਿੱਚ ਇੱਕ ਡੈਂਪਿੰਗ ਮਕੈਨਿਜ਼ਮ ਹੈ ਅਤੇ ਬਾਹਰੀ ਤੌਰ ਤੇ ਪੰਪ ਕੀਤਾ ਜਾਂਦਾ ਹੈ ਅਤੇ ਔਸੀਲੇਸ਼ਨਾਂ ਨੂੰ ਜਾਰੀ ਰੱਖਣ ਲਈ ਫੋਰਸਡ ਕੀਤਾ ਜਾਂਦਾ ਹੈ। ਇਸ ਲਈ ਕੇਂਦਰੀ ਨਤੀਜਿਆਂ ਵਿੱਚੋਂ ਇੱਕ ਜੋ ਅਸੀਂ ਦੇਖਿਆ ਸੀ ਕਿ ਜੇਕਰ ਇੱਕ ਐਕਸਟਰਨਲ ਫੋਰਸਿੰਗ ਦੀ ਫ੍ਰੀਕੁਐਂਸੀ ਜੋ ਕਿ ਓਮੇਗਾ ਇਕੁਅਲ ਹੈ ਸਿਸਟਮ ਦੀ ਕੁਦਰਤੀ ਫ੍ਰੀਕੁਐਂਸੀ, ਫਿਰ ਤੁਸੀਂ ਦੇਖ ਸਕਦੇ ਹੋ ਕਿ ਵੇਗ ਰੈਜ਼ੋਨੈਂਸ ਕੀ ਕਿਹਾ ਜਾਂਦਾ ਹੈ। ਇਸ ਲਈ ਇੱਥੇ ਜਦੋਂ ਵੀ ਮੇਰਾ ਮਤਲਬ ਕੁਦਰਤੀ ਫ੍ਰੀਕੁਐਂਸੀ ਹੈ, ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਸੀ ਕਿ ਅਸੀਂ ਸਿਸਟਮ ਦੀ ਫ੍ਰੀਕੁਐਂਸੀ ਨੂੰ ਬਿਨਾਂ ਡੈਂਪਿੰਗ ਅਤੇ ਫੋਰਸ ਦੇ ਬਿਨਾਂ ਮਤਲਬ ਕਰਨ ਜਾ ਰਹੇ ਹਾਂ। ਇਸ ਲਈ ਉਸੇ ਸਿਸਟਮ ਨੂੰ ਡੰਪਿੰਗ ਅਤੇ ਫੋਰਸ ਕੀਤੇ ਬਿਨਾਂ ਸਿਰਫ mx ਡਬਲ ਡਾਟ ਪਲੱਸ sx ਇਕੁਅਲ 0 ਦੇ ਹੋਵੇਗਾ। ਅਤੇ ਇਸ ਨਾਲ ਸੰਬੰਧਿਤ ਫ੍ਰੀਕੁਐਂਸੀ ਜਾਂ ਇਸ ਨਾਲ ਸੰਬੰਧਿਤ ਫ੍ਰੀਕੁਐਂਸੀ ਨੂੰ ਮੈਂ ਓਮੇਗਾ 0 ਸਕੁਏਅਰ ਦੁਆਰਾ ਦਰਸਾਵਾਂਗਾ ਜੋ ਕਿ ਸਿਰਫ S/m ਹੋਵੇਗਾ। ਅਤੇ S ਸਿਸਟਮ ਲਈ ਸਟਿਫਨੈਸ ਕੌਨਸਟੈਂਟ ਹੈ। ਇਸ ਲਈ ਜਦੋਂ ਵੀ ਓਮੇਗਾ 0 ਓਮੇਗਾ ਦੇ ਇਕੁਅਲ ਹੁੰਦਾ ਹੈ, ਤਾਂ ਤੁਸੀਂ ਰੇਜ਼ੋਨੈਂਸ ਦੇਖਦੇ ਹੋ। ਅਤੇ ਜਿਵੇਂ ਕਿ ਅਸੀਂ ਰੇਜ਼ੋਨੈਂਸ ਦੇ ਵਿਸਥਾਪਨ ਨੂੰ ਵੀ ਦੇਖਿਆ ਹੈ, ਜਦੋਂ ਓਮੇਗਾ ਓਮੇਗਾ 0 ਦੇ ਨੇੜੇ ਹੁੰਦਾ ਹੈ ਪਰ ਬਿਲਕੁਲ ਇਕੁਅਲ ਨਹੀਂ ਹੁੰਦਾ ਹੈ, ਤਾਂ ਇਹ ਓਮੇਗਾ 0 ਦੀ ਵੈਲਿਊ ਤੋਂ ਥੋੜਾ ਹੇਠਾਂ ਆਉਂਦਾ ਹੈ। ਇਸ ਲਈ ਇੱਥੇ ਰੇਜ਼ੋਨੈਂਸ ਦੇ ਸੰਦਰਭ ਵਿੱਚ ਸਾਡਾ ਕੀ ਮਤਲਬ ਹੈ, ਇਸ ਦੀ ਇਹ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਹੈ। ਤਾਂ ਜੋ x ਐਕਸਿਸ ਉੱਤੇ ਪਲਾਟ ਕੀਤਾ ਗਿਆ ਹੈ, ਉਹ ਡਰਾਈਵਿੰਗ ਫੋਰਸ ਦੀ ਫ੍ਰੀਕੁਐਂਸੀ ਹੈ ਜੋ ਇੱਥੇ ਓਮੇਗਾ ਹੈ। ਅਤੇ y ਐਕਸਿਸ ਤੇ ਅਸੀਂ ਮੀਨ ਪਾਵਰ ਨੂੰ ਪਲਾਟ ਕੀਤਾ ਹੈ, ਜਿਸ ਨੂੰ ਮੰਨ ਲਓ ਕਿ ਸਮਾਈ ਹੋਈ ਜਾਂ ਇੱਕ ਸਾਈਕਲ ਤੇ ਜਾਂ ਮੀਨ ਪਾਵਰ ਜੋ ਸਿਸਟਮ ਇੱਕ ਸਾਈਕਲ ਵਿੱਚ ਵਰਤਦਾ ਹੈ। ਅਤੇ ਇਹ ਦੋਵੇਂ ਕੁਆਂਟੀਟੀਜ਼ ਜਿਵੇਂ ਕਿ ਅਸੀਂ ਦੇਖਿਆ ਹੈ ਇਕੁਅਲ ਹਨ। ਇਸ ਲਈ ਅਸੀਂ ਇੱਥੇ ਜੋ ਦੇਖਦੇ ਹਾਂ ਉਹ ਇਹ ਹੈ ਕਿ ਜਦੋਂ ਓਮੇਗਾ ਦਾ ਵੈਲਿਊ ਓਮੇਗਾ 0 ਦੇ ਇਕੁਅਲ ਹੁੰਦਾ ਹੈ, ਤਾਂ ਮੀਨ ਪਾਵਰ ਮੈਕਸਿਮਮ ਹੁੰਦੀ ਹੈ। ਇਹ ਰੇਜ਼ੋਨੈਂਸ ਦੀ ਇੱਕ ਉਦਾਹਰਣ ਹੈ। ਅਤੇ ਜੇਕਰ ਤੁਸੀਂ ਕੋਈ ਹੋਰ ਚੁਣਦੇ ਹੋ, ਓਮੇਗਾ 0 ਤੋਂ ਦੂਰ ਫ੍ਰੀਕੁਐਂਸੀ ਦੀ ਵੈਲਿਊ, ਜਿੰਨਾ ਤੁਸੀਂ ਓਮੇਗਾ 0 ਤੋਂ ਦੂਰ ਜਾਵੋਗੇ, ਮੀਨ ਪਾਵਰ ਸੋਖਣ ਵਾਲੀ ਘੱਟ ਹੋਵੇਗੀ। ਅਤੇ ਮੀਨ ਆਉਟਪੁੱਟ ਪਾਵਰ ਵੀ ਘੱਟ ਹੋਣ ਜਾ ਰਹੀ ਹੈ। ਇਸ ਅਰਥ ਵਿੱਚ ਤੁਸੀਂ ਮੂਲ ਰੂਪ ਵਿੱਚ ਕਹਿੰਦੇ ਹੋ ਕਿ ਜੇਕਰ ਤੁਸੀਂ ਰੈਜ਼ੋਨੈਂਟ ਫ੍ਰੀਕੁਐਂਸੀ ਤੇ ਹੋ, ਜੋ ਕਿ ਓਮੇਗਾ 0 ਦੇ ਇਕੁਅਲ ਹੈ, ਸਿਸਟਮ ਬਦਲੇ ਵਿੱਚ ਇੱਕ ਵੱਡੇ ਤਰੀਕੇ ਨਾਲ ਜਵਾਬ ਦਿੰਦਾ ਹੈ। ਅਤੇ ਜੇਕਰ ਤੁਸੀਂ ਰੈਜ਼ੋਨੈਂਟ ਫ੍ਰੀਕੁਐਂਸੀ ਤੇ ਨਹੀਂ ਹੋ, ਤਾਂ ਤੁਹਾਨੂੰ ਸਿਸਟਮ ਵਿੱਚ ਸ਼ਾਇਦ ਹੀ ਕੋਈ ਪ੍ਰਤੀਕਿਰਿਆ ਦਿਖਾਈ ਦੇਵੇਗੀ। ਇਹ ਅਸਲ ਵਿੱਚ ਇੱਕ ਬਹੁਤ ਹੀ ਸੁੰਦਰ ਫਿਨੋਮੀਨਨ ਹੈ। ਵਾਸਤਵ ਵਿੱਚ, ਤੁਸੀਂ ਘਰ ਵਿੱਚ ਹੋਣ ਵਾਲੀਆਂ ਚੀਜ਼ਾਂ ਦੇ ਨਾਲ ਬਹੁਤ ਹੀ ਸਿੰਪਲ ਪ੍ਰਯੋਗ ਕਰਕੇ ਇਸ ਦਾ ਅਨੁਭਵ ਕਰ ਸਕਦੇ ਹੋ। ਇਸ ਲਈ ਰੇਜ਼ੋਨੈਂਸਸ ਦੀ ਵਰਤੋਂ ਸਿਰਫ ਸ਼ੀਸ਼ਿਆਂ ਨੂੰ ਤੋੜਨ ਲਈ ਨਹੀਂ ਕੀਤੀ ਜਾਂਦੀ, ਬਲਕਿ ਕੋਈ ਵੀ ਇਸ ਦੀ ਵਰਤੋਂ ਬਹੁਤ ਲਾਭਦਾਇਕ ਕੰਮਾਂ ਲਈ ਵੀ ਕਰ ਸਕਦਾ ਹੈ। ਉਦਾਹਰਨ ਲਈ, ਹਰ ਵਾਰ ਜਦੋਂ ਤੁਸੀਂ ਕਿਸੇ ਰੇਡੀਓ ਨੂੰ ਟਿਊਨ ਕਰਦੇ ਹੋ, ਖਾਸ ਕਰਕੇ AM ਰੇਡੀਓ,
ਨੂੰ ਤੁਸੀਂ ਰੇਜ਼ੋਨੈਂਸਸ ਦੇ ਵਰਤਾਰੇ ਦੀ ਵਰਤੋਂ ਕਰ ਰਹੇ ਹੋ, ਇਸ ਲਈ ਹੇਠਾਂ ਦਿੱਤਾ ਗਿਆ ਹੈ, ਤਾਂ ਜੋ ਤੁਹਾਡੇ ਕੋਲ ਰੇਡੀਓ ਸਟੇਸ਼ਨ ਹਨ, ਜੋ ਕੁਝ ਫ੍ਰੀਕਵੈਂਸੀ ਵਿੱਚ ਪ੍ਰਸਾਰਿਤ ਹੁੰਦੇ ਹਨ, ਅਤੇ ਬੇਸ਼ੱਕ ਇਹ ਦੇਖਣਾ ਬਹੁਤ ਆਸਾਨ ਹੈ ਕਿ ਉਹ ਫ੍ਰੀਕੁਐਂਸੀ ਕੀ ਹਨ। ਜੇਕਰ ਤੁਸੀਂ ਇੱਕ ਟਿਪੀਕਲ ਰੇਡੀਓ ਜਾਂ ਇੱਥੋਂ ਤੱਕ ਕਿ ਤੁਹਾਡਾ ਮੋਬਾਈਲ ਫੋਨ, ਜਿਸ ਵਿੱਚ ਇੱਕ ਰੇਡੀਓ ਐਪ ਹੋਣਾ ਚਾਹੀਦਾ ਹੈ, ਤੁਸੀਂ ਦੇਖੋਗੇ ਕਿ ਵੱਖ-ਵੱਖ ਫ੍ਰੀਕੁਐਂਸੀ ਸੂਚੀਬੱਧ ਹਨ, ਅਤੇ ਜੇਕਰ ਤੁਸੀਂ ਅਸਲ ਵਿੱਚ ਆਪਣੇ ਰੇਡੀਓ ਨੂੰ ਉਹਨਾਂ ਵਿੱਚੋਂ ਇੱਕ ਨਾਲ ਟਿਊਨ ਕਰਦੇ ਹੋ ਤਾਂ ਤੁਹਾਡੇ ਰੇਡੀਓ ਸਟੇਸ਼ਨਾਂ ਵਿੱਚੋਂ ਇੱਕ ਵਿੱਚ ਟਿਊਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਉਹ ਫ੍ਰੀਕੁਐਂਸੀਜ਼ ਹਨ ਜਿਨ੍ਹਾਂ ਤੇ ਸਟੇਸ਼ਨ ਅਸਲ ਵਿੱਚ ਪ੍ਰਸਾਰਿਤ ਕਰ ਰਹੇ ਹਨ, ਤਾਂ ਜੋ ਇੱਕ ਵੇਵ ਹੈ ਜੋ ਤੁਹਾਡੇ ਰੇਡੀਓ ਦਾ ਐਂਟੀਨਾ ਹੈ, ਕਿਸੇ ਕਿਸਮ ਦੀ। ਇੱਥੇ ਇੱਕ ਐਂਟੀਨਾ ਕਹੋ, ਹੋ ਸਕਦਾ ਹੈ ਕਿ ਇਹ ਸਿਰਫ ਧਾਤ ਦੇ ਲੰਬੇ ਟੁਕੜੇ ਦਾ ਇੱਕ ਟੁਕੜਾ ਜਾਂ ਤਾਰ ਦਾ ਇੱਕ ਲੰਬਾ ਟੁਕੜਾ ਵੀ ਹੋ ਸਕਦਾ ਹੈ, ਜੋ ਕਿ ਇਸ ਐਂਟੀਨਾ ਤੋਂ ਨਿਕਲਣ ਵਾਲੀ ਸਭ ਤੋਂ ਸਰਲ ਆਉਟਪੁੱਟ ਹੈ, ਨੂੰ ਆਮ ਤੌਰ ਤੇ ਜਾਂ ਤਾਂ ਇਹ ਆਈਸੀ ਸਰਕਟ ਜਾਂ ਇੱਕ ਆਰ ਸਰਕਟ ਵਿੱਚ ਪਾਇਆ ਜਾਂਦਾ ਹੈ, ਅਤੇ ਇਹ ਸਰਕਟ ਟਿਊਨੇਬਲ ਹੁੰਦਾ ਹੈ ਤਾਂ ਜੋ ਇਹ ਸਿਰਫ ਇੱਕ ਸਟੇਸ਼ਨ ਨੂੰ ਟਿਊਨ ਕਰਨ ਦੇ ਯੋਗ ਹੋ ਸਕੇ, ਅਤੇ ਅਜਿਹਾ ਉਦੋਂ ਹੋਵੇਗਾ ਜੇਕਰ ਤੁਹਾਡਾ Q ਫੈਕਟਰ ਜਾਂ Q ਵੈਲਿਊ ਕਾਫੀ ਵੱਡਾ ਹੈ, ਜਿਸ ਕਾਰਨ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਉੱਚ Q ਵੈਲਿਊ ਹੈ, ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਓਸੀਲੇਟਰ ਟਰਮੀਨੋਲੋਜੀ ਦੇ ਰੂਪ ਵਿੱਚ ਤੁਹਾਡੇ ਕੋਲ ਇੱਕ ਹਾਈ ਫਿਡੇਲਿਟੀ ਇਲੈਕਟ੍ਰੋਨਿਕਸ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਹ ਵੱਡੇ Q ਵੈਲਿਊ ਨਾਲ ਮੇਲ ਖਾਂਦਾ ਹੈ। ਇਸ ਲਈ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ ਦੋ ਫ੍ਰੀਕਵੈਂਸੀਜ਼ ਨੂੰ ਵੀ ਵੱਖ ਕਰ ਸਕਦੇ ਹੋ ਜੋ ਨੇੜੇ ਹਨ। ਜੇਕਰ ਤੁਹਾਡਾ Q ਵੈਲਿਊ ਇੰਨੀ ਛੋਟੀ ਹੈ ਕਿ ਤੁਹਾਡਾ ਰਿਸਪੌਂਸ ਕਰਵ ਬ੍ਰੌਡ ਹੈ, ਇਹ ਕਈ ਫ੍ਰੀਕਵੈਂਸੀਜ਼ ਨੂੰ ਓਵਰਲੈਪ ਕਰਦਾ ਹੈ, ਅਤੇ ਜੇਕਰ ਤੁਸੀਂ ਇਸ ਕਿਸਮ ਦੇ ਇਲੈਕਟ੍ਰੋਨਿਕਸ ਦੀ ਵਰਤੋਂ ਕਰਦੇ ਹੋ ਤਾਂ ਇੱਥੇ ਇੱਕੋ ਟਾਈਮ ਦੋ ਜਾਂ ਇਸ ਤੋਂ ਵੀ ਵੱਧ ਸਟੇਸ਼ਨਾਂ ਤੇ ਜਾ ਰਹੇ ਹੋ, ਤਾਂ ਇਹ ਰੇਜ਼ੋਨੈਂਸ ਦੀ ਇੱਕ ਬਹੁਤ ਹੀ ਉਪਯੋਗੀ ਐਪਲੀਕੇਸ਼ਨ ਦੀ ਇੱਕ ਉਦਾਹਰਣ ਹੈ। ਕਾਰ ਵਿੱਚ ਸ਼ਾਕ ਅਬਜ਼ੋਰਬਰ ਦੇ ਡਿਜ਼ਾਈਨ ਵਿੱਚ ਰੇਜ਼ੋਨੈਂਸ ਦਾ ਇੱਕ ਹੋਰ ਉਪਯੋਗੀ ਉਪਯੋਗ ਤੁਸੀਂ ਵੇਖੋਗੇ ਕਿ ਕਾਰਾਂ ਜਾਂ ਕਈ ਹੋਰ ਵਾਹਨਾਂ ਵਿੱਚ ਜਾਂ ਇੱਥੋਂ ਤੱਕ ਕਿ ਰੇਲ ਗੱਡੀਆਂ ਵਿੱਚ ਯਾਤਰਾ ਕਰਦੇ ਸਮੇਂ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਕਾਰ ਸੜਕ ਦੇ ਕਿਸੇ ਖਰਾਬ ਪੈਚ ਤੇ ਚੱਲਦੀ ਹੈ, ਰੋਡ ਬਹੁਤ ਖਰਾਬ ਹੁੰਦੇ ਹਨ, ਪਰ ਫਿਰ ਵੀ ਜਦੋਂ ਤੁਸੀਂ ਕਾਰ ਦੇ ਅੰਦਰ ਬੈਠਦੇ ਹੋ ਤਾਂ ਤੁਹਾਨੂੰ ਝਟਕਾ ਮਹਿਸੂਸ ਨਹੀਂ ਹੁੰਦਾ। ਇਹ ਇਸ ਲਈ ਹੈ ਕਿਉਂਕਿ ਤੁਹਾਡੇ ਕੋਲ ਇਹ ਕੋਈ ਯੰਤਰ ਹੈ ਜਿਸ ਨੂੰ ਸ਼ੌਕ ਅਬਜ਼ੋਰਬਰ ਕਿਹਾ ਜਾਂਦਾ ਹੈ। ਇਸ ਲਈ ਬੁਨਿਆਦੀ ਮਕੈਨਿਜ਼ਮ ਦੁਬਾਰਾ ਰੇਜ਼ੋਨੈਂਸ ਦੇ ਵਿਚਾਰ ਦੀ ਵਰਤੋਂ ਕਰਦੀ ਹੈ। ਇਸ ਲਈ ਆਮ ਤੌਰ ਤੇ ਕੀ ਕੀਤਾ ਜਾਂਦਾ ਹੈ ਕਿ ਕਿਸੇ ਨੇ ਪਹਿਲਾਂ ਹੀ ਆਮ ਤੌਰ ਤੇ ਸੜਕਾਂ ਤੇ ਖਰਾਬ ਪੈਚਾਂ ਦੀ ਕਿਸਮ ਦਾ ਅਧਿਐਨ ਕੀਤਾ ਹੈ ਅਤੇ ਉਹ ਜਾਣਦੇ ਹਨ ਕਿ ਰਫ ਫ੍ਰੀਕੁਐਂਸੀ ਕਿਹੜੀਆਂ ਹਨ ਜਿਸ ਵਿੱਚ ਉਹ ਸ਼ਾਕ ਨੂੰ ਸੰਚਾਰਿਤ ਕਰਦੇ ਹਨ। ਤਾਂ ਫਿਰ ਤੁਸੀਂ ਆਪਣੀ ਕਾਰ ਵਿੱਚ ਆਪਣੇ ਡਿਜ਼ਾਈਨ ਤੱਤਾਂ ਤੇ ਵਾਪਸ ਜਾਓ ਅਤੇ ਕਹੋ ਕਿ ਮੈਂ ਬਣਾਵਾਂਗਾ ਸਪਰਿੰਗ ਅਤੇ ਡੈਂਪਿੰਗ ਮਕੈਨਿਜ਼ਮ ਦੀ ਵਰਤੋਂ ਕਰਨ ਵਾਲਾ ਇੱਕ ਸ਼ਾਕ ਅਬਜ਼ੋਰਬਰ ਸਿਸਟਮ ਹੋ ਸਕਦਾ ਹੈ, ਜੋ ਇੱਕ ਓਸੀਲੇਟਰ ਵਾਂਗ ਕੰਮ ਕਰਦਾ ਹੈ ਜਿਸ ਵਿੱਚ ਡੰਪਿੰਗ ਅਤੇ ਫੋਰਸਿੰਗ ਦੋਵੇਂ ਹਨ। ਇਸ ਕੇਸ ਵਿੱਚ ਸੜਕ ਦੇ ਖਰਾਬ ਪੈਚ ਤੋਂ ਆਉਂਦਾ ਹੈ। ਜੇਕਰ ਸੜਕ ਸੱਚਮੁੱਚ ਸਮੂਥ ਹੈ ਅਤੇ ਕੋਈ ਰੀਅਲ ਐਕਸਟਰਨਲ ਫੋਰਸਿੰਗ ਨਹੀਂ ਹੈ, ਤਾਂ ਇਸ ਕੇਸ ਵਿੱਚ ਤੁਹਾਨੂੰ ਬਸ ਸ਼ਾਕ ਅਬਜ਼ੋਰਬਰ ਨੂੰ ਡਿਜ਼ਾਈਨ ਕਰਨ ਦੀ ਲੋੜ ਹੈ ਤਾਂ ਜੋ ਇਹ ਇਸ ਨੂੰ ਡੰਪ ਕਰ ਸਕੇ। ਇਸ ਲਈ ਰਿਸਪੌਂਸ ਕਰਵ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਕਿ ਰੇਡੀਓ ਨੂੰ ਟਿਊਨ ਕਰਨ ਦੇ ਮਾਮਲੇ ਦੀ ਤੁਲਨਾ ਵਿੱਚ ਕਾਰ ਵਿੱਚ ਸੰਚਾਰਿਤ ਹੋਣ ਵਾਲੀ ਫ੍ਰੀਕਵੈਂਸੀ ਨੂੰ ਸ਼ਾਕ ਅਬਜ਼ੋਰਬਰ ਦੁਆਰਾ ਵਧਾਇਆ ਨਹੀਂ ਜਾਂਦਾ ਹੈ, ਜਿੱਥੇ ਤੁਸੀਂ ਅਸਲ ਵਿੱਚ ਮੇਲ ਕਰਨਾ ਚਾਹੁੰਦੇ ਹੋ ਅਤੇ ਵੱਡਾ ਜਵਾਬ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿ ਇੱਥੇ ਸਿਗਨਲ ਕਾਫੀ ਮਜ਼ਬੂਤ ਹੋਵੇ। ਤੁਸੀਂ ਚਾਹੁੰਦੇ ਹੋ ਕਿ ਸਿਗਨਲ ਅਸਲ ਵਿੱਚ ਛੋਟਾ ਜਵਾਬ ਹੋਵੇ। ਇਸ ਲਈ ਦੂਜੇ ਸ਼ਬਦਾਂ ਵਿੱਚ ਤੁਹਾਡੀ ਰਿਸਪੌਂਸ ਕਰਵ ਜੇਕਰ ਇਹ ਇਸ ਤਰ੍ਹਾਂ ਦੀ ਹੁੰਦੀ ਤਾਂ ਤੁਹਾਡੀ ਸ਼ਾਕ ਅਬਜ਼ੋਰਬਰ ਮਕੈਨਿਜ਼ਮ ਇਸ ਦੀ ਕੁਦਰਤੀ ਫ੍ਰੀਕਵੈਂਸੀ ਇੱਥੇ ਕਿਤੇ ਰੱਖੀ ਜਾਂਦੀ। ਇਸ ਲਈ ਉਹ ਮੇਲ ਨਹੀਂ ਖਾਂਦੇ ਹਨ। ਇਸ ਕੇਸ ਵਿੱਚ ਰੋਡ ਦਾ ਖਰਾਬ ਪੈਚ ਅਤੇ ਪਹੀਏ ਦੇ ਉੱਪਰ ਅਤੇ ਹੇਠਾਂ ਜੋ ਵੀ ਹੋਵੇ, ਇਹ ਕਾਰ ਦੇ ਅੰਦਰੂਨੀ ਹਿੱਸੇ ਵਿੱਚ ਸੰਚਾਰਿਤ ਨਹੀਂ ਹੁੰਦਾ ਹੈ। ਕਾਰ ਦੇ ਅੰਦਰ ਬੈਠੇ ਵਿਅਕਤੀ ਨੂੰ ਸੰਚਾਰਿਤ ਨਹੀਂ ਹੁੰਦਾ।
ਇਹ ਸਿਰਫ ਡੈਂਪਡ ਆਊਟ ਹੋ ਜਾਂਦਾ ਹੈ। ਇਸ ਲਈ, ਇਹ ਰੇਜ਼ੋਨੈਂਸ ਦੀ ਵਰਤੋਂ ਕਰਨ ਦਾ ਇੱਕ ਹੋਰ ਉਦਾਹਰਣ ਹੈ ਜੋ ਤੁਹਾਡੇ ਦੁਆਰਾ ਰੇਡੀਓ ਇੱਕ ਟਿਊਨਰ ਵਿੱਚ ਰੇਜ਼ੋਨੈਂਸ ਦੀ ਵਰਤੋਂ ਕਰਨ ਦੇ ਤਰੀਕੇ ਨਾਲੋਂ ਬਹੁਤ ਵੱਖਰਾ ਹੈ। ਆਓ ਇਸ ਨੂੰ ਥੋੜਾ ਹੋਰ ਵਿਸਥਾਰ ਵਿੱਚ ਵੇਖੀਏ। ਵਾਈਬ੍ਰੇਸ਼ਨ ਆਈਸੋਲੇਸ਼ਨ ਦੇ ਕੇਸ ਵਿੱਚ, ਇਸ ਲਈ ਆਮ ਤੌਰ ਤੇ ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਤੁਹਾਨੂੰ ਅਜਿਹਾ ਕਰਨਾ ਪੈਂਦਾ ਹੈ, ਜਿਵੇਂ ਕਿ ਤੁਸੀਂ ਕੋਈ ਪ੍ਰਯੋਗ ਕਰ ਰਹੇ ਹੋ, ਅਤੇ ਉਹ ਕੁਆਂਟੀਟੀ ਜਿਸ ਨੂੰ ਤੁਸੀਂ ਮਾਪਣਾ ਚਾਹੁੰਦੇ ਹੋ ਅਸਲ ਵਿੱਚ ਬਹੁਤ ਘੱਟ ਹੈ। ਪਰ ਫਿਰ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜਦੋਂ ਇਹ ਜਾਪਦਾ ਹੈ ਕਿ ਧਰਤੀ ਬਿਲਕੁਲ ਨਹੀਂ ਹਿਲ ਰਹੀ ਹੈ। ਜੇ ਤੁਸੀਂ ਇੱਕ ਨਜ਼ਦੀਕੀ ਮਾਪ ਕਰਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ ਹਰ ਸਮੇਂ ਧਰਤੀ ਅਸਲ ਵਿੱਚ ਥੋੜੀ ਜਿਹੀ ਮਾਤਰਾ ਨਾਲ ਹਿਲ ਰਹੀ ਹੈ ਜੋ ਤੁਸੀਂ ਅਸਲ ਜੀਵਨ ਵਿੱਚ ਮਹਿਸੂਸ ਨਹੀਂ ਕਰਦੇ। ਪਰ ਜੇ ਤੁਸੀਂ ਮਾਤਰਾਵਾਂ ਦੀ ਲੈਂਥ ਜਾਂ ਵੇਗ ਨੂੰ ਮਾਪਣ ਜਾ ਰਹੇ ਹੋ, ਜੋ ਅਸਲ ਵਿੱਚ ਉਸ ਕ੍ਰਮ ਦੇ ਕ੍ਰਮ ਤੋਂ ਬਹੁਤ ਘੱਟ ਹਨ, ਜਿਸ ਵਿੱਚ ਧਰਤੀ ਵੀ ਹਿਲ ਰਹੀ ਹੈ, ਤਾਂ ਤੁਸੀਂ ਗਲਤ ਨਤੀਜੇ ਪ੍ਰਾਪਤ ਕਰਨ ਜਾ ਰਹੇ ਹੋ। ਅਜਿਹੇ ਸਾਰੇ ਕੇਸਾਂ ਵਿੱਚ, ਤੁਹਾਨੂੰ ਵਾਈਬ੍ਰੇਸ਼ਨ ਆਈਸੋਲੇਸ਼ਨ ਦੀ ਲੋੜ ਹੈ। ਇਸ ਲਈ ਥੋੜੇ ਅਮਾਉਂਟ ਵਿੱਚ ਕੀ ਵਾਈਬ੍ਰੇਸ਼ਨ ਹੋ ਸਕਦੀ ਹੈ, ਪਰ ਮੈਂ ਇੱਕ ਮੇਜ਼ ਰੱਖਣਾ ਚਾਹੁੰਦਾ ਹਾਂ ਜੋ ਉਹਨਾਂ ਵਾਈਬ੍ਰੇਸ਼ਨਾਂ ਨੂੰ ਵਧਾਇਆ ਨਹੀਂ ਜਾਣਾ ਚਾਹੀਦਾ, ਤਾਂ ਜੋ ਇਸ ਨੂੰ ਵਾਈਬ੍ਰੇਸ਼ਨਾਂ ਨੂੰ ਅਲੱਗ ਕਰਨ ਲਈ ਇੱਕ ਸਿਸਟਮ ਕਿਹਾ ਜਾਂਦਾ ਹੈ ਅਤੇ ਉਦਯੋਗਾਂ ਵਿੱਚ ਇਸ ਦਾ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਬਹੁਤ ਸਾਰੀਆਂ ਲੈਬਾਂ ਵਿੱਚ ਜਿੱਥੇ ਤੁਸੀਂ ਪ੍ਰਯੋਗ ਕਰਦੇ ਹੋ, ਉਹਨਾਂ ਮਾਤਰਾਵਾਂ ਨੂੰ ਮਾਪਦੇ ਹੋ ਜੋ ਅਸਲ ਵਿੱਚ ਬਹੁਤ ਘੱਟ ਹਨ। ਇਸ ਦੇ ਬੁਨਿਆਦੀ ਤੌਰ ਤੇ, ਇਸ ਵਿੱਚ ਕੁਝ ਅਜਿਹਾ ਹੁੰਦਾ ਹੈ ਤਾਂ ਜੋ ਤੁਹਾਡੇ ਕੋਲ ਇੱਥੇ ਬੇਸ ਹੈ ਜੋ ਕਿ ਕਾਫੀ ਭਾਰੀ ਹੈ। ਅਤੇ ਅਧਿਐਨ ਕਰੋ ਅਤੇ ਮੰਨ ਲਓ ਕਿ ਇਹ ਤੁਹਾਡਾ ਫਲੋਰ ਲੈਵਲ ਹੈ। ਅਤੇ ਇਹ ਫਲੋਰ ਲੈਵਲ ਹੈ ਜੋ ਸੰਭਵ ਤੌਰ ਤੇ ਵਾਈਬ੍ਰੇਸ਼ਨ ਕਰਦਾ ਹੈ। ਅਤੇ ਇਹ ਵਾਈਬ੍ਰੇਸ਼ਨ ਧਰਤੀ ਦੇ ਅੰਦਰ ਛੋਟੀਆਂ ਵਾਈਬ੍ਰੇਸ਼ਨ ਤੋਂ ਪੈਦਾ ਹੁੰਦੀ ਹੈ ਜਿਸ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਅਤੇ ਮੰਨ ਲਓ ਕਿ ਇਹ ਵਾਈਬ੍ਰੇਸ਼ਨ ਜ਼ਰੂਰੀ ਤੌਰ ਤੇ ਕੁਝ ਇਸ ਤਰ੍ਹਾਂ ਦੀ ਹੈ। ਜੇਕਰ ਤੁਸੀਂ ਡਿਸਪਲੇਸਮੈਂਟ ਨੂੰ x ਦੁਆਰਾ ਦਰਸਾਉਂਦੇ ਹੋ, ਤਾਂ ਇਹ ਇੱਕ ਕੋਸ ਓਮੇਗਾ t ਵਾਂਗ ਹੈ ਅਤੇ ਓਮੇਗਾ ਇਸ ਵਾਈਬ੍ਰੇਸ਼ਨ ਦੀ ਫਰੀਕੁਐਂਸੀ ਹੈ। ਇਸ ਲਈ, ਅਸਲ ਵਿੱਚ ਸਾਡੇ ਫਰਸ਼ ਤੇ ਕੁਝ ਸਪ੍ਰਿੰਗਸ ਮਾਊਂਟ ਕੀਤੇ ਗਏ ਹਨ ਜਿਵੇਂ ਕਿ ਤੁਸੀਂ ਇੱਥੇ ਦੇਖਦੇ ਹੋ, ਅਤੇ ਸਪ੍ਰਿੰਗ ਤੇ ਤੁਹਾਡੇ ਕੋਲ ਇੱਕ ਭਾਰੀ ਬੇਸ ਹੈ। ਅਤੇ ਇਹ ਡੈਂਪਿੰਗ ਮਕੈਨਿਜ਼ਮ ਵੀ ਹੈ ਇੱਥੇ। ਅਤੇ ਸਪ੍ਰਿੰਗਸ ਵਿੱਚ ਸਪ੍ਰਿੰਗ ਕੌਨਸਟੈਂਟ S ਜਾਂ ਸਟਿਫਨੈਸ ਕੌਨਸਟੈਂਟ S ਹੁੰਦਾ ਹੈ, ਅਤੇ ਇਹ ਗਾਮਾ ਇੱਥੇ ਡੈਂਪਿੰਗ ਦੇ ਕੋਐਫੀਸ਼ੀਐਂਟ ਨੂੰ ਦਰਸਾਉਂਦਾ ਹੈ। ਅਤੇ ਜਦੋਂ ਵੀ ਫਰਸ਼ ਵਿੱਚ ਵਾਈਬ੍ਰੇਸ਼ਨ ਹੁੰਦੀ ਹੈ, ਬੇਸ਼ੱਕ ਬੇਸ ਵੀ ਵਾਈਬ੍ਰੇਸ਼ਨ ਹੁੰਦੀ ਹੈ, ਪਰ ਇਹ ਸਭ ਕਰਨ ਦੀ ਗੱਲ ਇਹ ਹੈ ਕਿ ਤੁਸੀਂ ਬੇਸ ਦੀ ਵਾਈਬ੍ਰੇਸ਼ਨ ਨੂੰ ਘੱਟ ਤੋਂ ਘੱਟ ਕਰੋ। ਇਸ ਲਈ ਜੋ ਕੁਝ ਵੀ ਤੁਸੀਂ ਇਸ ਤੇ ਰੱਖਦੇ ਹੋ ਅਤੇ ਮਾਪ ਕਰਦੇ ਹੋ ਪ੍ਰਭਾਵਿਤ ਨਹੀਂ ਹੋਵੇਗਾ। ਕੁਝ ਸ਼ਾਕ ਅਬਜ਼ੋਰਬਰ ਵਰਗਾ ਹੈ। ਇਸ ਲਈ ਸਾਰੇ ਸ਼ਾਕ ਉਸ ਮਕੈਨਿਜ਼ਮ ਦੁਆਰਾ ਅਬਜ਼ੋਰਬ ਹੋ ਜਾਂਦੇ ਹਨ ਜੋ ਤੁਹਾਡੇ ਹੇਠਾਂ ਹੈ, ਇਸ ਨੂੰ ਐਂਪਲੀਫੀਡ ਜਾਂ ਉੱਪਰ ਨਹੀਂ ਪਹੁੰਚਾਇਆ ਜਾਂਦਾ। ਇਸ ਲਈ, ਇਹ ਫਰਸ਼ਾਂ ਵਿੱਚ ਇੱਕ ਵਾਈਬ੍ਰੇਸ਼ਨ ਆਈਸੋਲੇਸ਼ਨ ਦਾ ਇੱਕ ਬਹੁਤ ਹੀ ਸਿੰਪਲ ਮਾਡਲ ਹੋ ਸਕਦਾ ਹੈ। ਅਤੇ ਤੁਸੀਂ ਇਸ ਕੇਸ ਲਈ ਗਤੀ ਦੀ ਇਕੁਏਸ਼ਨ ਨੂੰ ਲਿਖ ਸਕਦੇ ਹੋ, ਤਾਂ ਜੋ ਤੁਸੀਂ ਧਿਆਨ ਦਿਓ, x ਫਲੋਰ ਲੈਵਲ ਤੇ ਵਾਈਬ੍ਰੇਸ਼ਨ ਹੈ ਅਤੇ y ਐਮਪਲੀਟਿਊਡ ਹੈ ਜਾਂ ਇਸ ਭਾਰੀ ਬੇਸ ਦੇ ਪੱਧਰ ਤੇ ਵਿਸਥਾਪਨ ਹੈ। ਅਤੇ S ਬੇਸ਼ੱਕ ਸਟਿਫਨੈਸ ਕੌਨਸਟੈਂਟ ਗਾਮਾ ਡੈਂਪਿੰਗ ਦਾ ਕੋਐਫੀਸ਼ੀਐਂਟ ਹੈ। ਅਤੇ ਇਹ ਮੋਸ਼ਨ ਦੀ ਇਕੁਏਸ਼ਨ ਹੈ। ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅਸਲ ਵਿੱਚ ਇੱਕ ਵੱਖਰੇ ਕੋਆਰਡੀਨੇਟ ਸਿਸਟਮ ਵਿੱਚ ਮੋਸ਼ਨ ਦੀ ਇਕੁਏਸ਼ਨ ਨੂੰ ਦੁਬਾਰਾ ਲਿਖ ਸਕਦੇ ਹਾਂ। ਕਿਉਂਕਿ ਕੀ ਮਹੱਤਵਪੂਰਨ ਹੈ, y-x ਹੈ। ਅਤੇ ਮੈਂ ਇਸ ਨੂੰ ਕੈਪੀਟਲ X ਕਹਿ ਸਕਦਾ ਹਾਂ। ਇਸ ਲਈ, ਜੇਕਰ ਮੈਂ ਅਜਿਹਾ ਕਰਦਾ ਹਾਂ, ਤਾਂ ਇਹ ਇਕੁਏਸ਼ਨ m ਨੂੰ ਦੁਬਾਰਾ ਲਿਖਿਆ ਜਾ ਸਕਦਾ ਹੈ। x ਡਬਲ ਡਾਟ ਪਲੱਸ ਗਾਮਾ ਕੈਪੀਟਲ x ਪਲੱਸ sx ਅਤੇ AF 0
cos ਓਮੇਗਾ t ਹੋਵੇਗਾ। ਅਤੇ ਇੱਥੇ ਫੋਰਸਿੰਗ ਕੀ ਹੈ? ਫੋਰਸਿੰਗ ਇੱਥੇ ਇਸ ਟਰਮ ਤੋਂ ਆਉਂਦੀ ਹੈ। ਇਸ ਲਈ ਮੈਂ ਕਹਿ ਸਕਦਾ ਹਾਂ ਕਿ F0 ਸਿਰਫ ma ਓਮੇਗਾ ਸਕੁਏਅਰ ਹੈ, ਜਿਸ ਦਾ ਮਤਲਬ ਹੈ ਕਿ ਇਹ F0 ਸਿਰਫ ਇੱਕ ਕੁਆਂਟੀਟੀ ਹੈ। ਇਸ ਲਈ ਮੇਰੇ ਕੋਲ ਸਾਰੇ ਜ਼ਰੂਰੀ ਤੱਤ ਹਨ। ਅਤੇ ਜੇਕਰ ਤੁਸੀਂ ਇਸ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਇਹ ਉਸ ਇਕੁਏਸ਼ਨ ਵਰਗਾ ਹੈ ਜੋ ਅਸੀਂ ਪਹਿਲਾਂ ਸੋਲਵ ਕੀਤਾ ਸੀ। ਇਹ ਸਿਰਫ ਇੱਕ ਡੈਂਪਡ ਫੋਰਸਡ ਓਸੀਲੇਟਰ ਲਈ ਮੋਸ਼ਨ ਦੀ ਦਾ ਇਕੁਏਸ਼ਨ ਹੈ ਅਤੇ ਮੈਨੂੰ ਹੱਲ ਪਤਾ ਹੈ। ਸਟੇਡੀ ਸਟੇਟ ਸੋਲਿਊਸ਼ਨ। ਇਸ ਲਈ ਮੈਂ ਇੱਥੇ ਸਟੇਡੀ ਸਟੇਟ ਸੋਲਿਊਸ਼ਨ ਨੂੰ ਸਿੱਧਾ ਲਿਖ ਸਕਦਾ ਹਾਂ। ਤਾਂ ਜੇਕਰ ਮੈਂ t ਦਾ y ਲਿਖਾਂ, ਇਸ ਲਈ ਉਦਾਹਰਨ ਲਈ ਇੱਥੋਂ ਮੈਂ y ਨੂੰ ਕੈਪੀਟਲ X ਪਲੱਸ X ਵਜੋਂ ਲਿਖ ਸਕਦਾ ਹਾਂ ਅਤੇ ਫਿਰ t ਦਾ y ਸਿਰਫ ਓਮੇਗਾ ਮੋਡ z ਦੁਆਰਾ F0 ਹੋਵੇਗਾ। ਯਾਦ ਰੱਖੋ ਕਿ z ਇੱਕ ਇੰਪੀਡੈਂਸ ਹੈ, ਇਸ ਲਈ ਮੇਰੇ ਕੋਲ ਹੱਲ ਤੁਰੰਤ ਲਿਖਿਆ ਗਿਆ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਇਕੁਏਸ਼ਨ ਦੀ ਸਟੈਂਡਰਡ ਸੰਚਾਲਿਤ ਅਤੇ ਡੈਂਪਡ ਓਸੀਲੇਟਰ ਇਕੁਏਸ਼ਨ ਨਾਲ ਤੁਲਨਾ ਕਰੋ ਅਤੇ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਇਹ ਉਹ ਹੱਲ ਹੈ ਜੋ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਅਤੇ ਇੱਥੋਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਬੇਸ ਅਤੇ ਬੇਸ ਦੇ ਮੈਕਸਿਮਮ ਐਂਪਲੀਟਿਊਡ ਦੇ ਵਿਚਕਾਰ ਅਨੁਪਾਤ ਲਈ ਪੁੱਛਣਾ ਕੁਝ ਅਜਿਹਾ ਹੈ ਜੋ ਵਾਈਬ੍ਰੇਟ ਵੀ ਹੋ ਰਿਹਾ ਹੈ। ਅਤੇ ਬੇਸ ਦੀ ਮੈਕਸਿਮਮ ਵਾਈਬ੍ਰੇਸ਼ਨ ਮੈਨੂੰ y ਮੈਕਸਿਮਮ ਦੁਆਰਾ ਦਰਸਾਉਣ ਦਿਓ ਅਤੇ ਫਲੋਰ ਲੈਵਲ ਦਾ ਮੈਕਸਿਮਮ ਐਂਪਲੀਟਿਊਡ 1 ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਇਹ ਅਨੁਪਾਤ ਘੱਟ ਹੋਵੇ। ਇਸ ਲਈ y ਮੈਕਸਿਮਮ ਡਿਵਾਈਡਡ ਬਾਏ a ਮੈਂ ਆਪਣੇ ਪਰਪਸ ਲਈ ਕਾਫੀ ਛੋਟਾ ਹੋਣਾ ਚਾਹੁੰਦਾ ਸੀ, ਜੋ ਅਸੀਂ ਦਿਖਾ ਸਕਦੇ ਹਾਂ ਕਿ y ਮੈਕਸਿਮਮ a ਦੁਆਰਾ ਇਸ ਅਨੁਪਾਤ ਦੁਆਰਾ ਇੱਥੇ ਇਸ ਕੁਆਂਟੀਟੀ ਦੁਆਰਾ ਦਿੱਤਾ ਗਿਆ ਹੈ। ਦੁਬਾਰਾ ਮੈਂ ਇਸ ਨੂੰ ਤੁਹਾਡੇ ਲਈ ਇਹ ਸਮੀਕਰਨ ਪ੍ਰਾਪਤ ਕਰਨ ਲਈ ਇੱਕ ਐਕਸਪ੍ਰੈਸ਼ਨ ਦੇ ਤੌਰ ਤੇ ਛੱਡਦਾ ਹਾਂ ਅਤੇ ਇੱਥੋਂ ਇਹ ਮਹਿਸੂਸ ਕਰਨ ਲਈ ਇੱਕ ਸਟੇਪ ਤੇ y ਮੈਕਸਿਮਮ ਬਾਏ a 1 ਤੋਂ ਵੱਡਾ ਹੋਵੇਗਾ ਜੇਕਰ ਓਮੇਗਾ ਸਕੁਏਅਰ 2as ਬਾਏ m ਘੱਟ ਹੈ। ਇਸ ਲਈ ਫ੍ਰੀਕੁਏਂਸੀ ਦੇ ਦਿੱਤੇ ਗਏ ਵੈਲਿਊ ਲਈ ਜੇਕਰ ਤੁਸੀਂ ਉਸ ਫ੍ਰੀਕੁਏਂਸੀ ਨੂੰ ਡੰਪ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ s ਦਾ ਵੈਲਿਊ m ਬਾਏ m ਰੱਖਣਾ ਚਾਹੀਦਾ ਹੈ। ਕਾਫੀ ਛੋਟਾ ਹੈ, ਜਿਸ ਕੇਸ ਵਿੱਚ ਤੁਸੀਂ ਉਮੀਦ ਕਰ ਸਕਦੇ ਹੋ ਕਿ ਇਸ ਕੰਡੀਸ਼ਨ ਦੀ ਉਲੰਘਣਾ ਕੀਤੀ ਜਾਵੇਗੀ ਅਤੇ ਓਮੇਗਾ ਦੀ ਫ੍ਰੀਕੁਏਂਸੀ ਦੀਆਂ ਵਾਈਬ੍ਰੇਸ਼ਨਾਂ ਡੰਪ ਹੋ ਜਾਣਗੀਆਂ ਅਤੇ ਬੇਸ ਤੱਕ ਨਹੀਂ ਪਹੁੰਚਾਈਆਂ ਜਾਣਗੀਆਂ। ਇਸ ਲਈ ਇਸ ਵਾਈਬ੍ਰੇਸ਼ਨ ਆਈਸੋਲੇਸ਼ਨ ਦੇ ਪਿੱਛੇ ਬੇਸਿਕ ਵਿਚਾਰ ਹੈ। ਇਸ ਵਿੱਚ ਹੋਰ ਵੀ ਬਹੁਤ ਸਾਰੇ ਵਿਚਾਰ ਹਨ, ਪਰ ਇਹ ਵਾਈਬ੍ਰੇਸ਼ਨ ਆਈਸੋਲੇਸ਼ਨ ਸਿਸਟਮ ਨੂੰ ਮਹਿਸੂਸ ਕਰਨ ਦਾ ਇੱਕ ਬਹੁਤ ਹੀ ਸਿੰਪਲ ਤਰੀਕਾ ਹੈ। ਅਤੇ ਇਸ ਦੇ ਕੇਂਦਰ ਵਿੱਚ ਸਾਡੇ ਡੰਪ ਅਤੇ ਫੋਰਸਡ ਓਸੀਲੇਟਰ ਦਾ ਸਿੰਪਲ ਮਾਡਲ ਹੈ। ਅਤੇ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰਦੇ ਹੋ, ਤਾਂ ਤੁਹਾਨੂੰ ਰੈਜ਼ੋਨੈਂਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿਖਾਈ ਦੇਣਗੀਆਂ, ਜੋ ਕਿ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ NMR ਵਰਗੀਆਂ ਚੀਜ਼ਾਂ ਵਿੱਚ ਵਰਤੀਆਂ ਜਾਂਦੀਆਂ ਹਨ, ਜੋ ਕਿ ਬਹੁਤ ਘੱਟ ਵਰਤੀ ਜਾਂਦੀ ਹੈ। ਬਹੁਤ ਸਾਰੇ ਮੈਡੀਕਲ ਯੰਤਰ ਇਸ ਲਈ ਸਪਸ਼ਟ ਤੌਰ ਤੇ ਰੈਜ਼ੋਨੈਂਸ ਦਾ ਵਿਚਾਰ ਜੀਵਨ ਦੇ ਕਈ ਖੇਤਰਾਂ ਵਿੱਚ ਬਹੁਤ ਉਪਯੋਗੀ ਹੈ। ਮੈਂ ਤੁਹਾਨੂੰ ਆਸ-ਪਾਸ ਦੇਖਣ ਅਤੇ ਵੱਡੀ ਗਿਣਤੀ ਵਿੱਚ ਅਜਿਹੇ ਸਥਾਨਾਂ ਨੂੰ ਦੇਖਣ ਲਈ ਬੇਨਤੀ ਕਰਾਂਗਾ, ਜਿੱਥੇ ਕੁਝ ਡਿਵਾਈਸਾਂ ਦੇ ਦਿਲ ਵਿੱਚ ਤੁਹਾਨੂੰ ਸ਼ਾਇਦ ਇਹ ਰੈਜ਼ੋਨੈਂਸ ਅਤੇ ਕਾਰਵਾਈ ਦਿਖਾਈ ਦੇ ਸਕਦੀ ਹੈ। ਆਓ ਕੁਝ ਬਹੁਤ ਹੀ ਆਮ ਤੌਰ ਤੇ ਉਪਲਬਧ ਚੀਜ਼ਾਂ ਨਾਲ ਇੱਕ ਤੇਜ਼ ਪ੍ਰਯੋਗ ਕਰੀਏ, ਤਾਂ ਜੋ ਮੇਰੇ ਕੋਲ ਇੱਕ ਸੈੱਲ ਫੋਨ ਹੋਵੇ ਜੋ ਮੇਰੇ ਲਈ ਵੇਰੀਏਬਲ ਫ੍ਰੀਕੁਐਂਸੀਜ਼ ਤਿਆਰ ਕਰੇਗਾ, ਅਤੇ ਮੇਰੇ ਕੋਲ ਇੱਕ ਖਾਲੀ ਬੋਤਲ ਹੈ। ਤੁਸੀਂ ਕਿਸੇ ਵੀ ਖਾਲੀ ਬੋਤਲ ਨੂੰ ਚੁੱਕ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਅਸੀਂ ਇੱਥੇ ਗੂੰ ਰੈਜ਼ੋਨੈਂਸ ਦਾ ਕੋਈ ਸਾਈਨ ਦੇਖ ਸਕਦੇ ਹਾਂ। ਤਾਂ ਜੋ ਮੈਂ ਕਰਨ ਜਾ ਰਿਹਾ ਹਾਂ ਉਹ ਹੇਠਾਂ ਹੈ। ਇਸ ਲਈ ਇਹ ਬੋਤਲ ਖਾਲੀ ਹੈ
ਇਸ ਲਈ ਬੋਤਲ ਦੇ ਅੰਦਰ ਹਵਾ ਦੇ ਸਿਰਫ ਹਵਾ ਦੇ ਅਣੂ ਹਨ, ਅਤੇ ਉਹਨਾਂ ਵਿੱਚੋਂ ਹਰੇਕ ਅਣੂ ਲਾਜ਼ਮੀ ਤੌਰ ਤੇ ਖਾਲੀ ਹਨ। ਜੇਕਰ ਮੈਂ ਆਵਾਜ਼ ਦੀਆਂ ਵੇਵਸ ਨੂੰ ਭੇਜਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਓਸੀਲੇਟ ਕਰਨਗੇ, ਅਤੇ ਜੇਕਰ ਕਿਸੇ ਤਰ੍ਹਾਂ ਵੇਵਸ ਦੀ ਫ੍ਰੀਕਵੈਂਸੀ ਜੋ ਮੈਂ ਭੇਜ ਰਿਹਾ ਹਾਂ ਉਹ ਉਹਨਾਂ ਦੀ ਕੁਦਰਤੀ ਫ੍ਰੀਕਵੈਂਸੀ ਦੇ ਇਕੁਅਲ ਹੈ, ਮੈਨੂੰ ਇਹ ਰੈਜ਼ੋਨੈਂਸ ਦੇ ਕੁਝ ਸਾਈਨ ਦੇਖਣ ਦੇ ਯੋਗ ਹੋਣਾ ਚਾਹੀਦਾ ਹੈ। ਇਸ ਕੇਸ ਵਿੱਚ ਮੈਂ ਇੱਕ ਫ੍ਰੀਕਵੈਂਸੀ ਜਨਰੇਟਰ ਨਾਲ ਸ਼ੁਰੂ ਕਰਨ ਜਾ ਰਿਹਾ ਹਾਂ। ਇੱਕ ਐਪ ਹੈ ਜਿਸ ਨੂੰ ਤੁਸੀਂ ਆਪਣੇ ਸੈੱਲ ਫੋਨ ਤੇ ਪਾ ਸਕਦੇ ਹੋ, ਅਤੇ ਮੈਨੂੰ ਤੁਹਾਨੂੰ ਦਿਖਾਉਣ ਦਿਓ ਕਿ ਇਹ ਪਹਿਲਾਂ ਕਿਵੇਂ ਕੰਮ ਕਰਦਾ ਹੈ ਤਾਂ ਜੋ ਤੁਹਾਨੂੰ ਵਿਚਕਾਰ ਫਰਕ ਦਾ ਵਿਚਾਰ ਹੋ ਸਕੇ। ਰੈਜ਼ੋਨੈਂਸ ਦੇ ਨਾਲ ਅਤੇ ਬਿਨਾਂ ਆਵਾਜ਼ ਦੀ ਇੰਟੈਂਸਿਟੀ ਦਾ ਲੈਵਲ। ਇਸ ਲਈ ਇੱਥੇ ਮੈਂ 72 ਹਰਟਜ਼ ਤੋਂ ਸ਼ੁਰੂ ਕਰ ਰਿਹਾ ਹਾਂ, ਇਸ ਲਈ ਮੈਂ ਬਦਲਦਾ ਰਹਿੰਦਾ ਹਾਂ ਤਾਂ ਜੋ ਤੁਸੀਂ ਨੰਬਰ ਦੇਖ ਸਕੋ। ਇਸ ਲਈ ਇਹ ਹੁਣ 114 ਦੇ ਆਸ-ਪਾਸ ਵੱਧ ਰਿਹਾ ਹੈ, ਤਾਂ ਜੋ ਮੈਂ ਫ੍ਰੀਕਵੈਂਸੀ ਨੂੰ ਕਿਵੇਂ ਬਦਲਦਾ ਹਾਂ। ਇਸ ਲਈ ਹੁਣ ਤੁਸੀਂ ਹੌਲੀ-ਹੌਲੀ ਫ੍ਰੀਕੁਐਂਸੀ ਜਨਰੇਟਰ ਦੀ ਗੁਣਗੁਣਾਹਟ ਸੁਣਨਾ ਸ਼ੁਰੂ ਕਰ ਦਿੱਤਾ ਹੈ। ਹੁਣ ਫ੍ਰੀਕਵੈਂਸੀ ਜਨਰੇਟਰ ਮੇਰੇ ਲਈ 267 ਹਰਟਜ਼ ਦੀ ਸਾਊਂਡ ਵੇਵ ਪੈਦਾ ਕਰ ਰਿਹਾ ਹੈ। ਇਸ ਲਈ ਇਹ ਲਗਭਗ 320 ਜਾਂ ਇਸ ਤਰ੍ਹਾਂ ਹੈ, ਅਤੇ ਇਸ ਲਈ ਮੈਂ ਇੱਥੇ ਇਸ ਬੋਤਲ ਦੀ ਵਰਤੋਂ ਕਰਨ ਜਾ ਰਿਹਾ ਹਾਂ, ਅਤੇ ਮੈਂ ਦੇਖਾਂਗਾ ਕਿ ਕੀ ਮੈਂ ਫ੍ਰੀਕਵੈਂਸੀ ਨੂੰ ਬਦਲਦਾ ਰਹਾਂਗਾ, ਤਾਂ ਜੋ ਆਵਾਜ਼ ਅਸਲ ਵਿੱਚ ਇੱਥੇ ਸੈੱਲ ਫੋਨ ਦੇ ਹੇਠਾਂ ਤੋਂ ਆਉਂਦੀ ਹੈ, ਅਤੇ ਇਸ ਨੂੰ ਇਸ ਬੋਤਲ ਵਿੱਚ ਸਿੱਧਾ ਭੇਜਿਆ ਜਾਂਦਾ ਹੈ। ਇਸ ਲਈ ਜਦੋਂ ਪੈਦਾ ਹੋਈ ਸਾਊਂਡ ਵੇਵ ਦੀ ਫ੍ਰੀਕਵੈਂਸੀ ਅਤੇ ਅਣੂਆਂ ਦੇ ਇਹਨਾਂ ਸਾਰੇ ਸਮੂਹਾਂ ਦੀ ਕੁਦਰਤੀ ਫ੍ਰੀਕਵੈਂਸੀ ਵਿਚਕਾਰ ਇੱਕ ਮੇਲ ਹੁੰਦਾ ਹੈ, ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਕੁਝ ਹੋ ਰਿਹਾ ਹੈ। ਆਓ ਦੇਖੀਏ ਕਿ ਕੀ ਤੁਸੀਂ ਉਸ ਸਿਗਨਲ ਨੂੰ ਚੁਣ ਸਕਦੇ ਹੋ। ਤੁਸੀਂ ਫ੍ਰੀਕਵੈਂਸੀ ਜਨਰੇਟਰ ਦੇ ਉਸ ਹਮ ਨੂੰ ਸੁਣਨਾ ਸ਼ੁਰੂ ਕਰ ਸਕਦੇ ਹੋ। ਇਸ ਲਈ ਇਹ 200 ਦੇ ਆਸ-ਪਾਸ ਹੁਣ 270 ਦੇ ਆਸ-ਪਾਸ ਹੈ। ਇਸ ਲਈ ਸਿਖਰ ਕਿਤੇ ਆਸ-ਪਾਸ ਕਿਤੇ 340 ਜਾਂ 350 ਦੇ ਆਸ-ਪਾਸ ਹੋ ਸਕਦਾ ਹੈ। ਇੱਕ ਫ੍ਰੀਕਵੈਂਸੀ ਹੈ। ਜੇਕਰ ਇਹ ਕੇਸ ਹੈ ਤਾਂ ਮੈਨੂੰ ਥੋੜਾ ਹੋਰ ਹੌਲੀ-ਹੌਲੀ 280 ਤੇ ਵਾਪਸ ਜਾਣ ਦਿਓ। ਇਸ ਲਈ ਮੈਂ ਹੁਣ 337 ਤੇ ਹਾਂ। ਇਸ ਲਈ ਤੁਸੀਂ ਹੁਣੇ ਉਸ ਹਾਈ ਇੰਟੈਂਸਿਟੀ ਸਾਊਂਡ ਨੂੰ ਚੁੱਕੋ। ਲਗਭਗ 346 ਹਰਟਜ਼। ਤਾਂ 345 ਤੇ ਵੀ ਉੱਚਾ, ਪਰ ਜੇ ਮੈਂ ਇਸ ਨੂੰ 336 ਹਰਟਜ਼ ਤੇ ਰੱਖਦਾ ਹਾਂ ਤਾਂ ਇਹ ਬਹੁਤ ਘੱਟ ਹੈ। ਅਤੇ ਰੇਜ਼ੋਨੈਂਸ ਦੇ ਵਰਤਾਰੇ ਤੋਂ ਅਸੀਂ ਜਾਣਦੇ ਹਾਂ ਕਿ ਜੇਕਰ ਮੈਂ ਰੈਜ਼ੋਨੈਂਸ ਫ੍ਰੀਕੁਐਂਸੀ ਤੋਂ ਪਰੇ ਜਾਂਦਾ ਹਾਂ ਤਾਂ ਲਗਭਗ 350, 360 ਜਾਂ ਇਸ ਨੂੰ ਕਹੀਏ ਜਿੱਥੇ ਮੈਂ ਆਪਣਾ ਫ੍ਰੀਕਵੈਂਸੀ ਜਨਰੇਟਰ ਰੱਖਿਆ ਸੀ, ਹੁਣ ਫਿਰ ਤੋਂ ਆਵਾਜ਼ ਬਹੁਤ ਘੱਟ ਹੈ। ਇਸ ਲਈ ਮੈਂ ਤੁਹਾਨੂੰ ਇੱਕ ਵਾਰ ਫਿਰ ਦਿਖਾਵਾਂਗਾ ਕਿ ਜੇਕਰ ਮੈਂ ਫੋਨ ਨੂੰ ਵੱਖ ਕਰਾਂਗਾ ਤਾਂ ਇੰਟੈਂਸਿਟੀ ਇੰਨੀ ਜ਼ਿਆਦਾ ਨਹੀਂ ਹੈ, ਪਰ ਜੇਕਰ ਮੈਂ ਇਸ ਨੂੰ ਇੱਥੇ ਰੱਖਦਾ ਹਾਂ ਤਾਂ ਇਹ ਕਾਫੀ ਥੋੜਾ ਹੈ। ਅਤੇ ਜੇਕਰ ਮੈਂ ਦੁਬਾਰਾ ਫ੍ਰੀਕਵੈਂਸੀ ਬਦਲਦਾ ਹਾਂ ਤਾਂ ਇਸ ਬੋਤਲ ਦੇ ਅੰਦਰ ਹਵਾ ਦੇ ਅਣੂ ਘੱਟ ਹੁੰਦੇ ਜਾ ਰਹੇ ਹਨ। ਕੁਦਰਤੀ ਫ੍ਰੀਕਵੈਂਸੀ ਕਿਤੇ 340 ਦੇ ਆਸ-ਪਾਸ ਹੈ, 345 ਹਰਟਜ਼ ਜਾਂ ਇਸ ਤੋਂ ਵੱਧ। ਅਤੇ ਜਦੋਂ ਮੈਂ ਸਮਾਨ ਫ੍ਰੀਕਵੈਂਸੀ ਦੀਆਂ ਸਾਊਂਡ ਵੇਵਸ ਭੇਜਦਾ ਹਾਂ ਤਾਂ ਤੁਸੀਂ ਰੇਜ਼ੋਨੈਂਸ ਹੁੰਦੀ ਵੇਖਦੇ ਹੋ। ਜੇਕਰ ਇੰਟੈਂਸਿਟੀ ਕਾਫੀ ਜ਼ਿਆਦਾ ਹੋਵੇ, ਇਹ ਬੋਤਲ ਨੂੰ ਵੀ ਸੁੱਟ ਸਕਦਾ ਹੈ ਜਾਂ ਬੋਤਲ ਨੂੰ ਤੋੜ ਸਕਦਾ ਹੈ। ਪਰ ਇਹ ਅਜਿਹੇ ਸਿੰਪਲ ਪ੍ਰਯੋਗ ਹਨ ਜੋ ਤੁਸੀਂ ਅਸਲ ਵਿੱਚ ਰੇਜ਼ੋਨੈਂਸ ਦੀ ਜਾਂਚ ਕਰਨ ਲਈ ਕਰ ਸਕਦੇ ਹੋ ਜੇਕਰ ਤੁਸੀਂ ਵਧੇਰੇ ਕੁਆਂਟੀਟੇਟਿਵ ਹੋਣਾ ਚਾਹੁੰਦੇ ਹੋ।
ਤੁਹਾਨੂੰ ਸਿਰਫ ਆਵਾਜ਼ ਦੀ ਇੰਟੈਂਸਿਟੀ ਨੂੰ ਰਿਕਾਰਡ ਕਰਨ ਦੀ ਲੋੜ ਹੈ, ਤੁਸੀਂ ਰੇਜ਼ੋਨੈਂਸ ਪੈਟਰਨ ਵਿੱਚ ਇੱਕ ਰਿਸਪੌਂਸ ਕਰਵ ਦੇਖੋਗੇ,